ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਬਿਰਾਜਮਾਨ ਸੁਸ਼ੋਭਿਤ ਸੁਭਾਇਮਾਨ ਸਤਿਕਾਰਯੋਗ ਸਰਬੱਤ ਸੰਗਤ ਮਾਈ, ਆਓ ਸਾਰੇ ਰਲ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਅੰਮ੍ਰਿਤ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਪਾਕ ਪਵਿੱਤਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਓ ਸਾਰੇ ਇੱਕ ਵਾਰੀ ਇਕਾਗਰਚਿਤ ਹੋ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਵਿਚਾਰ ਲਈ ਬਾਣੀ ਦਾ ਮੂਲ ਪਾਠ ਇਸ ਪ੍ਰਕਾਰ ਹੈ। ਵਾਹਿਗੁਰੂ ਜੀ ਬਿਲਾਵਲ ਮਹੱਲਾ ਤੀਜਾ। ਗੁਰਮਤਿ ਸ਼ਾਂਤ ਵਸੈ ਸਰੀਰ, ਸ਼ਬਦ ਚੀਨ ਫਿਰ ਲੱਗੈ ਨ ਪੀਰ। ਗੁਰਮਤਿ ਸ਼ਾਂਤ ਵਸੈ ਸਰੀਰ, ਸ਼ਬਦ ਚੀਨ ਫਿਰ ਲੱਗੈ ਨ ਪੀਰ। ਆਵੇ ਨਾ ਜਾਏ ਨਾ ਦੁਖ ਪਾਏ, ਨਾਮੇ ਰਾਤੇ ਸਹਿਜ ਸਮਾਏ। ਨਾਨਕ ਗੁਰਮੁਖ ਵੇਖੈ ਹਦੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਇੱਕ ਸੇਵਕ ਇੱਕ ਭਰਮ ਭੁਲਾਏ, ਆਪੇ ਕਰੇ ਹਰ ਆਪ ਕਰਾਏ। ਏਕੋ ਵਰਤੈ ਅਵਰ ਨ ਕੋਏ, ਮਨ ਰੋਸ ਕੀਜੈ ਜੇ ਦੂਜਾ ਹੋਏ। ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ। ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਬਿਰਾਜਮਾਨ ਸੁਸ਼ੋਭਿਤ ਸੁਭਾਇਮਾਨ ਸਤਿਕਾਰਯੋਗ ਸਰਬੱਤ ਸੰਗਤ ਮਾਈ ਭਾਈ, ਇਹ ਪਾਵਨ ਪਵਿੱਤਰ ਬਾਣੀ ਜੋ ਹੁਣੇ ਹੀ ਪੜ੍ਹੀ ਹੈ, ਆਪ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਇਕਾਗਰਚਿਤ ਹੋ ਕੇ ਇਸ ਬਾਣੀ ਨੂੰ ਸਰਵਣ ਕੀਤਾ ਹੈ। ਆਪ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਹੈ। ਬਿਲਾਵਲ ਮਹੱਲਾ ਤੀਜਾ। ਬਿਲਾਵਲ ਰਾਗ ਦੇ ਵਿੱਚ ਇਹ ਮਹੱਲੇ ਤੀਜੇ ਦੀ ਬਾਣੀ ਹੈ। ਮਹੱਲੇ ਤੀਜੇ ਤੋਂ ਭਾਵ ਹੈ ਕਿ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਤੇ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 842 ਅਤੇ 843 ਦੇ ਉੱਪਰ
ਪ੍ਰਕਾਸ਼ਮਾਨ ਹੈ। ਇਹ ਜਿਹੜਾ ਸ਼ਬਦ ਆਪਾਂ ਨੇ ਪੜ੍ਹਿਆ ਹੈ ਹੁਣੇ ਹੀ, ਇਸ ਸ਼ਬਦ ਦੇ 4 ਪਦੇ, ਪਹਿਲੇ 4 ਪਦੇ ਅਸੀਂ ਕੱਲ ਪੜ੍ਹੇ ਸੀ, ਤੇ ਤੁੱਛ ਬੁੱਧੀ ਮੁਤਾਬਕ ਜਿੰਨੀ ਵੀ ਵਿਚਾਰ ਹੋਈ ਸੀ ਉਹ ਕੀਤੀ ਗਈ ਸੀ। ਅੱਜ ਇਸ ਤੋਂ ਅੱਗੇ 5 ਨੰਬਰ ਪਦਾ ਤੇ 6 ਨੰਬਰ ਪਦਾ ਪੜ੍ਹਿਆ ਗਿਆ ਹੈ। ਅੱਜ ਇਹਨਾਂ ਪਦਿਆਂ ਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਪ੍ਰਦਾਨ ਕਰ ਰਹੇ ਹਨ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਵਿਚਾਰ ਸਾਂਝੇ ਕਰੀਏ। ਕੱਲ ਜਿੱਥੋਂ ਆਪਾਂ ਨੇ ਇਹ ਲੜੀ ਖਤਮ ਕੀਤੀ ਸੀ, ਆਓ ਪਹਿਲਾਂ ਉਸ ਦਾ ਵਿਸ਼ਾ ਇੱਕ ਵਾਰੀ ਫੇਰ ਚੇਤੇ ਕਰ ਲਈਏ। ਗੱਲ ਹੋ ਰਹੀ ਸੀ, ਜਾ ਕੇ ਮਸਤਕ ਲਿਖਿਆ ਲੇਖ, ਤਾਕੇ ਮਨ ਬਸਿਆ ਪ੍ਰਵੇਖ। ਭਾਈ ਜਿਹਦੇ ਮਸਤਕ ਦੇ ਵਿੱਚ ਪ੍ਰਮਾਤਮਾ ਨੇ ਪਹਿਲਾਂ ਹੀ ਲੇਖ ਲਿਖਿਆ ਹੋਇਆ ਹੈ, ਉਸ ਦੇ ਮਨ ਦੇ ਵਿੱਚ ਹੀ ਪ੍ਰਮਾਤਮਾ ਆ ਕੇ ਬਸਿਆ ਹੈ। ਇਹ ਵਿਸ਼ਾ ਹੈ, ਇਹ ਸਬਜੈਕਟ ਹੈ ਇਸ ਸ਼ਬਦ ਦਾ। ਇਹ ਲਾਹੌਰ ਦੀ ਬਣਦੀ ਹੈ। ਅੱਜ ਆਪਾਂ ਇਸ ਤੋਂ ਅੱਗੇ ਸ਼ੁਰੂ ਕਰਦੇ ਹਾਂ। ਸਤਿਗੁਰੂ ਜੀ ਨੇ ਫਰਮਾਇਆ ਹੈ, ਗੁਰਮਤਿ ਸ਼ਾਂਤ ਵਸੈ ਸਰੀਰ, ਸ਼ਬਦ ਚੀਨ ਫਿਰ ਲਗੇ ਨ ਪੀਰ। ਫਰਮਾਨ ਕਰਦੇ ਹਨ, ਕਹਿੰਦੇ ਗੁਰਮਤ ਦੇ ਰਾਹੀਂ ਨਾ, ਗੁਰੂ ਦਾ ਉਪਦੇਸ਼ ਮੰਨਣ ਦੇ ਨਾਲ, ਗੁਰੂ ਦੀ ਮੱਤ ਅਖਤਿਆਰ ਕਰਨ ਦੇ ਨਾਲ ਮਨੁੱਖ ਦੇ ਮਨ ਦੇ ਵਿੱਚ ਸ਼ਾਂਤੀ ਆ ਕੇ ਬਸ ਜਾਂਦੀ ਹੈ। ਸਰੀਰ ਵਿੱਚ ਸ਼ਾਂਤੀ। ਅਸੀਂ ਸੁਖ ਸ਼ਾਂਤੀ ਦੇ ਲਈ ਰੋਜ਼ ਅਰਦਾਸਾਂ ਕਰਾਉਂਦੇ ਹਾਂ। ਸਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਰਹੇ, ਸੁਖ ਵੀ ਰਹੇ ਤੇ ਸ਼ਾਂਤੀ ਵੀ ਰਹੇ। ਜਿੱਥੇ ਸ਼ਾਂਤੀ ਹੈ ਉੱਥੇ ਸੁਖ ਹੈ। ਜਿੱਥੇ ਅਮਨ ਹੈ ਉੱਥੇ ਪ੍ਰਗਤੀ ਹੈ। ਜਿੱਥੇ ਬਦਅਮਨੀ ਹੈ ਉੱਥੇ ਗੜਬੜ ਹੈ। ਉੱਥੇ ਪ੍ਰਗਤੀ ਦੀਆਂ ਰਾਹਾਂ ਰੁਕ ਜਾਂਦੀਆਂ ਹਨ। ਕੰਮ ਦੇ ਵਿੱਚ ਖੜੋਤ ਆ ਜਾਂਦੀ ਹੈ ਤੇ ਜੀਵਨ ਢਹਿੰਦੀ ਕਲਾ ਵੱਲ ਚਲਾ ਜਾਂਦਾ ਹੈ। ਚੜ੍ਹਦੀ ਕਲਾ ਵਿੱਚ ਜਾਣ ਦੇ ਲਈ ਸ਼ਾਂਤੀ ਜ਼ਰੂਰੀ ਹੈ। ਖੁਸ਼ਹਾਲੀ ਦੇ ਲਈ ਵੀ ਸ਼ਾਂਤੀ ਜ਼ਰੂਰੀ ਹੈ। ਸੁਖ ਦੇ ਲਈ ਵੀ ਸ਼ਾਂਤੀ ਜ਼ਰੂਰੀ ਹੈ। ਇਹ ਸ਼ਾਂਤੀ ਕਿੱਥੋਂ ਮਿਲੇ? ਚੈਨ ਕਿੱਥੋਂ ਮਿਲੇ? ਅਮਨ ਕਿੱਥੋਂ ਮਿਲੇ? ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਗੁਰਮਤਿ ਸ਼ਾਂਤ ਵਸੈ ਸਰੀਰ। ਗੁਰੂ ਦੀ ਮੱਤ ਦੁਆਰਾ, ਗੁਰੂ ਦੇ ਸਿਧਾਂਤ ਮੁਤਾਬਕ, ਗੁਰੂ ਦਾ ਫਲਸਫਾ ਮੰਨਣ ਦੇ ਨਾਲ
ਗੁਰੂ ਦੇ ਉਪਦੇਸ਼ ਨੂੰ ਅਪਣਾਉਣ ਦੇ ਨਾਲ ਸਰੀਰ ਵਿੱਚ ਸ਼ਾਂਤੀ ਆਉਂਦੀ। ਸ਼ਬਦ ਚੀਨ ਫਿਰ ਲਗੇ ਨਾ ਪੀਰ। ਗੁਰੂ ਦੇ ਸ਼ਬਦ ਨੂੰ ਚੀਨਣ ਦੇ ਨਾਲ, ਗੁਰੂ ਦੇ ਸ਼ਬਦ ਨੂੰ ਵਿਚਾਰਨ ਦੇ ਨਾਲ, ਗੁਰੂ ਦੇ ਸ਼ਬਦ ਤੇ ਅਮਲ ਕਰਨ ਦੇ ਨਾਲ ਫਿਰ ਕਦੇ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਪੀੜ ਫੀਲ ਨਹੀਂ। ਫਿਰ ਲਗੇ ਨਾ ਪੀਰ। ਆਵੇ ਨਾ ਜਾਏ, ਨਾ ਦੁੱਖ ਪਾਏ। ਉਹ ਸੇਵਕ ਫਿਰ ਨਾ ਹੁੰਦਾ ਹੈ ਤੇ ਨਾ ਜਾਂਦਾ ਹੈ ਤੇ ਨਾ ਹੀ ਕਿਸੇ ਪ੍ਰਕਾਰ ਦਾ ਦੁੱਖ ਪ੍ਰਾਪਤ ਹੁੰਦਾ। ਆਉਣ ਜਾਣ ਵਿੱਚ ਦੁੱਖ ਹੈ, ਆਉਣ ਜਾਣ ਵਿੱਚ ਦੁੱਖ ਹੈ, ਆਉਣ ਵਿੱਚ ਵੀ ਦੁੱਖ ਹੈ, ਜਾਣ ਵਿੱਚ ਵੀ ਦੁੱਖ ਹੈ, ਜੰਮਣ ਵਿੱਚ ਵੀ ਦੁੱਖ ਹੈ ਤੇ ਮਰਨ ਵਿੱਚ ਵੀ ਦੁੱਖ ਹੈ। ਇਹ ਮੁੱਕ ਜਾਂਦਾ। ਆਵੇ ਨਾ ਜਾਏ, ਨਾ ਦੁੱਖ ਪਾਏ, ਨਾਮੇ ਰਾਤੇ ਸਹਿਜ ਸਮਾਏ। ਉਹ ਤਾਂ ਨਾਮ ਦੇ ਰੰਗਾਂ ਦੇ ਵਿੱਚ ਰੰਗੇ ਜਾਣ ਦੇ ਨਾਲ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਹਨ। ਉਹ ਅਡੋਲ ਅਵਸਥਾ ਵਿੱਚ, ਸਥਿਰ ਅਵਸਥਾ ਵਿੱਚ, ਅਡੋਲ ਹੋ ਜਾਂਦੇ ਹਨ। ਉਹਨਾਂ ਤੇ ਨਾ ਦੁੱਖ ਦਾ ਕੋਈ ਅਸਰ ਹੁੰਦਾ ਹੈ, ਨਾ ਸੁੱਖ ਦਾ ਕੋਈ ਅਸਰ ਹੁੰਦਾ ਹੈ, ਨਾ ਹਰਖ ਦਾ ਕੋਈ ਅਸਰ ਹੁੰਦਾ ਹੈ, ਨਾ ਸੋਗ ਦਾ ਕੋਈ ਅਸਰ ਹੁੰਦਾ ਹੈ, ਨਾ ਗਰਮੀ ਦਾ ਕੋਈ ਅਸਰ ਹੁੰਦਾ ਹੈ, ਨਾ ਸਰਦੀ ਦਾ ਕੋਈ ਅਸਰ ਹੁੰਦਾ ਹੈ, ਨਾ ਘਾਟੇ ਦਾ ਕੋਈ ਅਸਰ ਹੁੰਦਾ ਹੈ, ਨਾ ਵਾਧੇ ਦਾ ਕੋਈ ਅਸਰ ਹੁੰਦਾ ਹੈ, ਨਾ ਬੇਇੱਜ਼ਤੀ ਦਾ ਕੋਈ ਅਸਰ ਹੁੰਦਾ ਹੈ, ਨਾ ਇੱਜ਼ਤ ਦਾ ਕੋਈ ਅਸਰ ਹੁੰਦਾ ਹੈ, ਨਾ ਸੋਨੇ ਦਾ ਅਸਰ ਹੁੰਦਾ ਹੈ ਤੇ ਨਾ ਲੋਹੇ ਦਾ ਅਸਰ। ਨਾ ਭੁੱਖ ਦਾ ਅਸਰ ਹੁੰਦਾ ਹੈ ਤੇ ਨਾ ਊਂਘ ਦਾ ਅਸਰ ਹੁੰਦਾ ਹੈ। ਉਹ ਹਰ ਇੱਕ ਸਥਿਤੀ ਦੇ ਵਿੱਚ ਅਡੋਲ ਰਹਿੰਦੇ ਹਨ। ਭਾਵੇਂ ਹਰਖ ਹੋਵੇ, ਭਾਵੇਂ ਸੋਗ ਹੋਵੇ, ਭਾਵੇਂ ਖੁਸ਼ੀ ਹੋਵੇ, ਭਾਵੇਂ ਕਮੀ ਹੋਵੇ, ਭਾਵੇਂ ਘਾਟਾ ਹੋਵੇ, ਭਾਵੇਂ ਵਾਧਾ ਹੋਵੇ, ਭਾਵੇਂ ਨਫਾ ਹੋਵੇ, ਭਾਵੇਂ ਨੁਕਸਾਨ ਹੋਵੇ, ਤੇ ਭਾਵੇਂ ਗਰਮੀ ਹੋਵੇ, ਭਾਵੇਂ ਸਰਦੀ ਹੋਵੇ, ਭਾਵੇਂ ਭੁੱਖ ਹੋਵੇ, ਭਾਵੇਂ ਪਿਆਸ ਹੋਵੇ, ਭਾਵੇਂ ਕੁਛ ਵੀ ਹੋਵੇ, ਉਹ ਹਰ ਹਾਲਤ ਦੇ ਵਿੱਚ ਅਡੋਲ ਰਹਿੰਦੇ। ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਨਾ ਡਿੱਗਦੇ ਹਨ, ਨਾ ਡੋਲਦੇ ਹਨ, ਅਡੋਲ ਰਹਿੰਦੇ ਹਨ ਤੇ ਤ੍ਰਿਪਤ ਰਹਿੰਦੇ ਹਨ। ਕਿਸੇ ਪ੍ਰਕਾਰ ਦੀ ਕੋਈ ਭੁੱਖ ਨਹੀਂ। ਨਾਨਕ ਗੁਰਮੁਖ ਵੇਖੈ ਹਦੂਰ। ਨਾਨਕ ਜੀ ਫਰਮਾਨ ਕਰੇ ਕਹਿੰਦੇ ਉਹ ਫਿਰ ਗੁਰਮੁਖ ਜਿਹੜੇ ਹਨ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਆਪਣੇ ਐਨ ਨੇੜੇ ਮਹਿਸੂਸ ਕਰਦੇ ਹੈ। ਨਿਕਟ ਵਸੈ ਨਾਹੀ ਪ੍ਰਗਦੂਰ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੈ ਦੇ। ਉਹ ਪਰਮਾਤਮਾ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਨ, ਆਪਣੇ ਨਾਲ ਨਾਲ ਮਹਿਸੂਸ ਕਰਦੇ ਹਨ। ਉਹਨਾਂ ਦਾ ਜਿਹੜਾ ਫੀਲਿੰਗ ਹੈ, ਉਹਨਾਂ ਦੀ ਜਿਹੜੀ ਮਹਿਸੂਸਤਾ ਹੈ, ਇਸ ਤਰ੍ਹਾਂ ਤੇ ਕਹਿੰਦੇ ਹਨ ਕਿ ਮੇਰਾ ਪ੍ਰਭ ਸਦ ਰਿਹਾ ਭਰਪੂਰ।
मेरा ਜਿਹੜਾ ਪ੍ਰਭੂ ਹੈ ਨਾ ਉਹ ਹਮੇਸ਼ਾ ਹੀ ਹਰ ਥਾਂ ਤੇ ਪਰਿਪੂਰਨ ਹੈ, ਹਰ ਥਾਂ ਤੇ ਭਰਪੂਰ ਹੈ, ਹਰ ਥਾਂ ਤੇ ਭਰਿਆ ਹੋਇਆ ਹੈ ਤੇ ਹਰ ਥਾਂ ਤੇ ਹੀ ਪੂਰਾ ਹੈ। ਹਰ ਥਾਂ ਤੇ ਭਰਿਆ ਹੋਇਆ ਹੈ ਤੇ ਹਰ ਥਾਂ ਤੇ ਹੀ ਪੂਰਾ ਹੈ। घाट है ना बात है, ना बात घाट होत है, वो हमेशा ही उस प्रभु जी ने इकना नू अपने सेवक बना लिया है किरपा करके। वो गुरु की सेवा कर लग पाए ਤੇ ਇਕਨਾਂ ਨੂੰ ਭਰਮ ਭੁਲੇਖੇ ਵਿੱਚ ਪਾਇਆ ਹੋਇਆ ਹੈ। ਉਹ ਦਿਨ ਰਾਤ ਭਟਕਦੇ ਫਿਰਦੇ ਹਨ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਇਕਨਾਂ ਨੂੰ ਆਪਣੇ ਸੇਵਕ ਬਣਾ ਲਿਆ, ਉਹ ਗੁਰੂ ਦੀ ਸੇਵਾ ਵਿੱਚ ਲੱਗ ਗਏ ਤੇ ਇੱਕ ਵਿਚਾਰੇ ਭਟਕਦੇ ਫਿਰਦੇ। ਉਹਨੇ ਸੋਚਿਆ ਸੀ ਨਾ, ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨਾ ਦੁੱਧ ਸੰਭਾਲਿਆ ਇੱਕ ਚੁੱਲ੍ਹੇ ਰਹਿਣ ਜੜ, ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ। ਆਪੇ ਭਾਂਡੇ ਸਾਜੇ, ਆਪੇ करे हर आप कराए। प्रभु जी आप ही सब कुछ कर रहे हैं ते आप ही इन्हां जीवां तो सब कुछ करा रहे हैं। एको वरत है अवर न कोई, बस इको ही वरत रहा है सारियां थावां ते, सारियां विच सारियां थावां ते इको ही वरत रहा है। अवर कोई है ही नहीं, होर कोई है ही नहीं, है इको ही वरत रहा। मन रोज कीजै जे दूजा होए, रब नूं छड्ड के कोई दूजा होवे तां आपां गुस्सा करिए ना किसे ते, तां आपां गुस्सा करिए। जदों है ही एक ते नाले जे आपां रब ते गुस्सा कर भी लियांगे तां रब दी किहड़ा लत तोड़ लेंगे असीं। कई बारी गुस्सा बड़ा हुंदा है रब ते। ਜਦੋਂ ਐਨ ਮੀਂਹ ਨਹੀਂ ਸੀ ਪੈ ਰਿਹਾ, ਮੀਂਹ ਨਹੀਂ ਸੀ ਪੈ ਰਿਹਾ, ਸਾਨੂੰ ਉਦੋਂ ਵੀ ਗੁੱਸਾ ਆ ਰਿਹਾ ਸੀ ਰੱਬ ਤੇ। ਦੇਖੋ ਕਿੰਨੀ ਗਰਮੀ ਕੀਤੀ ਹੋਈ। ਜੇ ਹੁਣ ਮੀਂਹ ਪੈਣਾ ਸ਼ੁਰੂ ਹੋ ਗਿਆ, ਰੋਜ਼ ਮੀਂਹ ਪਈ ਜਾਂਦਾ ਹੈ, ਹੁਣ ਫਿਰ ਦੂਸਰੇ ਪਾਸੇ ਨੂੰ ਗੁੱਸਾ, ਹੁਣ ਮੀਂਹ ਪਈ ਜਾ ਰਿਹਾ। ਗੁੱਸਾ ਕਰਕੇ ਕੀ ਕਰਾਂਗੇ? अपना ही खुद भुकांगे ना आप। ते नाले रब जिहड़ा है परमात्मा वाहिगुरु, वो साडी सलाह नाल साडे हिसाब दे नाल थोड़ा चलेगा। साडे कहण मुताबिक चलना है रब ने। कोई पीओ पूछ न मसरत करै, वो किसी तो होर तो सलाह लैके मसरत लैके काम नहीं करता। वो किसी दे सलाहां दे चक्कर विच है ही नहीं। क्योंकि जेकर सलाहां लैण लग जाए बंदा, फिर सलाहां देण वाले ऐने मिल जाणगे, ऐने मिल जाणगे कि बंदा वैसे ही उलझ जाएगा कि किहदी सलाह मन्ना ते किहदी ना। कोई कोई सलाह दे रहा है, कोई कोई सलाह दे रहा है। सलाहां देण वालियां दा अंत ही नहीं है। सलाहां मुफ्त विच दिंदे हैं लोग, परंतु परमात्मा तो किसी की सलाह लेंदा ही नहीं। ना ही उसने कोई अपना सलाहकार रखा होया है, ना कोई एडवाइजर रखा होया है। उन्हें नहीं कोई रखा होया।
ਨਾ ਉਹਨੇ ਕੋਈ ਮੰਤਰੀ ਰੱਖਿਆ ਹੋਇਆ ਹੈ, ਨਾ ਉਹਨੇ ਕੋਈ ਸੰਤਰੀ ਰੱਖਿਆ ਹੋਇਆ ਹੈ, ਉਹ ਤਾਂ ਬੇਵਜ਼ੀਰ ਹੈ, ਬੇਵਜ਼ੀਰ। ਉਹਦੇ ਮੰਤਰੀ ਮੰਡਲ ਦਾ ਕੋਈ ਵਜ਼ੀਰ ਨਹੀਂ ਹੈ। ਉਂਝ ਅਸੀਂ ਕਈ ਵਾਰੀ ਗਲਤੀ ਦੇ ਨਾਲ ਕਹਿ ਦਿੰਦੇ ਹਾਂ ਵੀ ਗੁਰੂ ਘਰ ਦਾ ਇਹ ਵਜ਼ੀਰ ਹੈ। ਵਜ਼ੀਰ ਨਹੀਂ, ਸੇਵਾਦਾਰ। ਬਾਣੀ ਵਿੱਚ ਲਿਖਿਆ ਉਹ ਤਾਂ ਬੇਵਜ਼ੀਰ ਹੈ, ਉਹ ਤਾਂ ਵਜ਼ੀਰ ਕੋਈ ਨਹੀਂ ਹੈ। ਰੱਬ ਦਾ ਕੋਈ ਵਜ਼ੀਰ ਨਹੀਂ ਹੈ, ਕੋਈ ਸਲਾਹਕਾਰ ਨਹੀਂ ਹੈ, ਆਪੇ ਮਨ ਰੋਸ ਕੀਜੈ ਜੇ ਦੂਜਾ ਹੋਏ, ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੇ ਸਾਚੇ ਵਿਚਾਰੀ। ਭਈ ਜੇ ਮਨੁੱਖ ਸਤਿਗੁਰੂ ਜੀ ਦੀ ਸੇਵਾ ਕਰੇ, ਸਤਿਗੁਰੂ ਜੀ ਦਾ ਉਪਦੇਸ਼ ਸੁਣੇ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨੇ, ਤਾਂ ਮਨੁੱਖ ਦੇ ਜਿਹੜੇ ਕੰਮ ਹਨ ਉਹ ਵਧੀਆ ਕੰਮ ਹੋ ਸਕਦੇ। ਫਿਰ ਚੰਗੇ ਕੰਮ ਕਰਨ ਲੱਗ ਜਾਂਦਾ ਹੈ ਬੰਦਾ, ਸ੍ਰੇਸ਼ਟ ਕਾਰਜ। ਤੇ ਫਿਰ ਉਹ ਸੱਚੇ ਵਿਚਾਰ ਕਰਕੇ ਸੱਚੇ ਦਰ ਦਾ ਪਾਤਰ ਬਣ। ਅੱਗੇ ਸਬਰ ਕਰੋ। ਥਿੱਤੀ ਵਾਰ ਸਭ ਸ਼ਬਦ ਸੁਹਾਏ। ਥਿੱਤੀ ਵਾਰ, ਆਪਾਂ ਪਹਿਲਾਂ ਨੇ ਤਿੱਥੀਆਂ ਪੜ੍ਹਿਆ ਸੀ ਤੇ ਫਿਰ ਵਾਰ ਪੜ੍ਹੇ ਸੀ 7 ਵਾਰ। ਤਿਥੀਆਂ ਦੇ ਵਿੱਚ ਆਪਾਂ ਨੇ ਉਪਦੇਸ਼ ਪੜ੍ਹੇ ਸੀ ਏਕਮ, ਦੂਜ, ਤੀਜ, ਚੌਥ, ਪੰਚਮੀ। ਤੇ ਵਾਰ 7 ਵਿੱਚ ਆਪਾਂ ਨੇ ਪੜ੍ਹਿਆ ਸੀ ਐਤਵਾਰ, ਸੋਮਵਾਰ ਤੇ ਮੰਗਲਵਾਰ ਤੇ ਬੁੱਧਵਾਰ। ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਕਹਿੰਦੇ ਭਾਈ ਜੇ ਮਨੁੱਖ ਸ਼ਬਦ ਦੇ ਨਾਲ ਜੁੜਿਆ ਹੋਇਆ ਹੋਵੇ ਨਾ, ਗੁਰੂ ਦੇ ਨਾਲ ਜੁੜਿਆ ਹੋਇਆ ਹੋਵੇ, ਗੁਰੂ ਦੇ ਲੜ ਲੱਗਿਆ ਹੋਇਆ ਹੋਵੇ, ਗੁਰੂ ਦਾ ਬਣਿਆ ਹੋਇਆ ਹੋਵੇ, ਉਹਦੇ ਵਾਸਤੇ ਤਰੀਕਾਂ ਵੀ ਚੰਗੀਆਂ ਹਨ ਤੇ ਦਿਨ ਵੀ ਚੰਗੇ। ਸਾਰੀਆਂ ਤਰੀਕਾਂ ਵੀ ਚੰਗੀਆਂ ਹਨ ਤੇ ਸਾਰੇ ਦਿਨ ਵੀ ਚੰਗੇ ਹਨ। ਏਕਮ ਵੀ ਚੰਗੀ ਹੈ, ਦੂਜ ਵੀ ਚੰਗੀ ਹੈ, ਤੀਜ ਵੀ ਚੰਗੀ ਹੈ, ਚੌਥ ਵੀ ਚੰਗੀ ਹੈ, ਸਾਰੀਆਂ ਹੀ ਚੰਗੀਆਂ ਹਨ ਤੇ ਦਿਨ ਵੀ ਸਾਰੇ ਚੰਗੇ ਹਨ। ਭਾਵੇਂ ਉਹ ਸੋਮਵਾਰ ਹੋਵੇ, ਭਾਵੇਂ ਮੰਗਲਵਾਰ ਹੋਵੇ, ਭਾਵੇਂ ਬੁੱਧਵਾਰ ਹੋਵੇ, ਭਾਵੇਂ ਐਤਵਾਰ ਹੋਵੇ, ਭਾਵੇਂ ਸ਼ਨੀਚਰਵਾਰ ਹੋਵੇ, ਸਾਰੇ ਹੀ ਦਿਨ। ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਭ ਆਵੇਂ ਜਾਹੇ। ਭਾਈ ਸਤਿਗੁਰੂ ਜੀ ਨੂੰ ਸੇਵੇ, ਸਤਿਗੁਰੂ ਜੀ ਦੀ ਸੇਵਾ ਕਰੇ, ਸਤਿਗੁਰੂ ਜੀ ਦਾ ਉਪਦੇਸ਼ ਮੰਨੇ ਤਾਂ ਫਲ ਦੀ ਪ੍ਰਾਪਤੀ ਹੋ ਸਕਦੀ ਹੈ, ਸਕਸੈਸਫੁਲ ਜੀਵਨ ਹੋ ਸਕਦਾ ਹੈ। ਤੇ ਇਹ ਜਿਹੜੇ ਦਿਨ ਅਤੇ ਤਰੀਕਾਂ ਹਨ, ਮਹੀਨੇ ਹਨ, ਏਕਮ, ਦੂਜ, ਤੀਜ ਹੈ, ਕਿੰਨੀ ਵਾਰੀ ਮੱਸਿਆ ਆਈ ਤੇ ਕਿੰਨੀ ਵਾਰੀ ਸਕਰਾਂਤ ਆਈ, ਕਿੰਨੀ ਵਾਰੀ ਪੂਰਨਮਾਸੀ ਆਈ, ਕਿੰਨੀ ਵਾਰੀ ਐਤਵਾਰ ਆਏ, ਕਿੰਨੀ ਵਾਰੀ ਬੁੱਧਵਾਰ ਆਏ, ਇਹ ਤਾਂ ਆਉਣੇ ਜਾਣੇ ਹਨ, ਇਹ ਤਾਂ ਆਉਂਦੇ ਜਾਂਦੇ ਹੀ ਰਹਿਣਗੇ। ਇਹਨਾਂ ਦਾ ਕੋਈ ਜ਼ਿਕਰ ਨਹੀਂ। ਇਹ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਸਾਲ ਵੀ ਆਉਂਦੇ ਹਨ, ਮਹੀਨੇ ਵੀ ਆਉਂਦੇ ਹਨ, ਤਰੀਕਾਂ ਵੀ ਆਉਂਦੀਆਂ ਹਨ, ਦਿਨ ਵੀ ਆਉਂਦੇ ਹਨ ਬਾਰ-ਬਾਰ। ਪਰ ਇੱਕ ਗੁਰੂ ਦਾ ਸ਼ਬਦ ਹੈ ਜੋ ਨਿਸ਼ਚਲ ਹੈ। ਗੁਰ ਸ਼ਬਦ ਨਿਸ਼ਚਲ ਸਦਾ ਸੱਚ ਸਮਾਏ। ਗੁਰੂ ਦਾ ਜਿਹੜਾ ਸ਼ਬਦ ਹੈ ਉਹ ਹਮੇਸ਼ਾ ਹੀ ਅਡੋਲ ਹੈ, ਨਿਸ਼ਚਲ ਹੈ, ਇਹ ਨਾ ਹੁੰਦਾ ਹੈ ਤੇ ਨਾ ਜਾਂਦਾ। ਇਹ ਅਡੋਲ ਹੈ, ਇਹ ਚਲਾਇਮਾਨ ਨਹੀਂ ਹੈ। ਸ਼ਬਦ ਇਸ ਤਰ੍ਹਾਂ ਨਹੀਂ ਕਿ ਅੱਜ ਕੁਛ ਹੈ, ਕੱਲ ਨੂੰ ਕੁਛ ਹੈ, ਪਰਸੋਂ ਨੂੰ ਕੁਛ ਹੈ। ਅੱਜ ਕੁਛ ਗੁਰੂ ਜੀ ਨੇ ਹੋਰ ਉਪਦੇਸ਼ ਦਿੱਤਾ, ਕੱਲ ਨੂੰ ਕੋਈ ਹੋਰ ਹੀ ਉਪਦੇਸ਼ ਦੇ ਦਿੱਤਾ। ਇਸ ਤਰ੍ਹਾਂ ਨਹੀਂ। ਸਿਧਾਂਤ ਇੱਕ ਹੈ, ਫਿਲਾਸਫੀ ਇੱਕ ਹੈ, ਸੋਚ ਇੱਕ ਹੈ ਤੇ ਗੱਲ ਵੀ ਕੋਈ।
ਸਹਿਕਾਇਆ ਫੇਰ ਪਲਟੀਆਂ। ਸਰੀਰ ਬਦਲੇ ਹਨ, ਦਿਨ ਬਦਲੇ ਹਨ, ਤਰੀਕਾਂ ਬਦਲੀਆਂ ਹਨ, ਸਾਲ ਬਦਲੇ ਹਨ, ਪਰ ਸ਼ਬਦ ਸਿਧਾਂਤ ਨਹੀਂ ਬਦਲਿਆ। ਜਿਹੜਾ ਸ਼ਬਦ ਸਿਧਾਂਤ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਕਸ ਕੀਤਾ ਸੀ ਨਾ, ਉਹ ਹੀ ਅੱਜ ਤੱਕ ਉਸੇ ਤਰ੍ਹਾਂ ਅਡੋਲ ਚੱਲਿਆ ਆ ਰਿਹਾ ਹੈ। ਜਪੋ ਸਤਿਗੁਰੂ ਥਿੱਤੀ ਵਾਰ ਤਾਂ ਜਾ ਸੱਚ ਰਾਤੇ। ਕਹਿੰਦੇ ਇਹ ਜਿਹੜੀਆਂ ਤਿਥੀਆਂ ਅਤੇ ਵਾਰ ਹਨ, ਜੇ ਮਨੁੱਖ ਸੱਚ ਵਿੱਚ ਰੰਗਿਆ ਹੋਇਆ ਹੋਵੇ ਤਾਂ ਇਹ ਸਾਰੀਆਂ ਹੀ ਚੰਗੀਆਂ। ਬਿਨ ਨਾਵੇ ਸਭ ਭਰਮੇ ਕੱਚ। ਨਾਮ ਤੋਂ ਬਿਨਾ, ਸੱਚ ਤੋਂ ਬਿਨਾ, ਸਿਮਰਨ ਤੋਂ ਬਿਨਾ ਸਾਰੇ ਹੀ ਭਟਕਣਾ ਵਿੱਚ ਪਏ ਹੋਏ ਹਨ ਤੇ ਸਾਰੇ ਹੀ ਕੱਚੇ ਹਨ। ਸਾਰੇ ਹੀ ਕੱਚੇ ਹਨ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਪ ਨੂੰ ਕਹਿਣ ਵਾਲੇ ਵੀ ਕੱਚੇ ਤੇ ਸੁਣਨ ਵਾਲੇ ਵੀ ਕੱਚੇ, ਬਖਿਆਨ ਕਰਨ ਵਾਲੇ ਵੀ ਕੱਚੇ, ਸਾਰੇ ਕੱਚੇ। ਉਹ ਕੌਣ ਹਨ? ਮਨਮੁਖ। ਮਨਮੁਖਾਂ ਦੇ ਸੰਬੰਧ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਦੱਸਣ ਲੱਗੇ। ਫਰਮਾਇਆ, ਕਹਿੰਦੇ ਮਨਮੁਖ ਮਰਹੇ ਮਰ ਬਿਗਤੀ ਜਾਹੇ। ਭਈ ਜਿਹੜੇ ਮਨਮੁਖ ਹੁੰਦੇ ਹਨ ਨਾ, ਆਪਣੀਆਂ ਮਰਜ਼ੀਆਂ ਕਰਦੇ ਹਨ, ਮਨ ਮਰਜ਼ੀਆਂ ਕਰਦੇ ਹਨ ਤੇ ਮਨ ਦੀ ਹੀ ਮੰਨਦੇ ਹਨ, ਗੁਰੂ ਦੀ ਨਹੀਂ ਮੰਨਦੇ। ਉਹ ਮਰ ਜਾਂਦੇ ਹਨ, ਕੁੱਤੇ ਦੀ ਮੌਤ ਮਰਦੇ। ਬੁਰੀ ਮੌਤ ਮਰਦੇ। ਕਿਉਂ? ਕਿਉਂਕਿ ਏਕ ਨਾ ਚੇਤੇ ਦੂਜੇ ਲੋਭਾਏ। ਇੱਕ ਪ੍ਰਮਾਤਮਾ ਦਾ ਚਿੰਤਨ ਨਹੀਂ ਕਰਦੇ, ਦੁਆਇਸ ਭਾਵਨਾ ਦੇ ਵਿੱਚ ਲੁਭਾਏਮਾਨ ਹਨ। ਇਸ ਕਰਕੇ, ਇਸ ਬੇਸਮਝੀ ਕਰਕੇ ਅਗਿਆਨਤਾ ਅਤੇ ਅੰਧੇਰੇ ਦੇ ਵਿੱਚ ਗ੍ਰਸਤ ਹਨ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸ਼ਬਦੇ ਕਿਉ ਪਾਏ ਪਾਰ। ਭਾਈ ਗੁਰੂ ਦੇ ਸ਼ਬਦ ਅਤੇ ਗੁਰੂ ਦੀ ਸੋਚ ਤੋਂ ਬਿਨਾਂ ਕੋਈ ਮਨੁੱਖ ਇਸ ਭਵ ਸਾਗਰ ਤੋਂ ਪਾਰ ਕਿਵੇਂ ਹੋ ਸਕਦਾ ਹੈ? ਪਾਰ ਨਹੀਂ ਹੋ ਸਕਦਾ, ਕਿਉਂਕਿ ਪ੍ਰਭੂ ਜੀ ਨੇ ਆਪ ਉਪਾਏ, ਉਪਾਮਨਹਾਰ। ਉਸਨੇ ਸਾਰੇ ਹੀ ਜੀਵ ਆਪ ਹੀ ਉਪਾਏ ਹੋਏ ਹਨ, ਆਪ ਹੀ ਪੈਦਾ ਕੀਤੇ ਹੋਏ ਹਨ, ਕਿਉਂਕਿ ਉਹ ਆਪ ਉਪਾਮਨਹਾਰ ਹੈ। ਉਹ ਪੈਦਾ ਕਰਨ ਵਾਲਾ ਹੈ, ਪੈਦਾ ਕਰਨ ਵਾਲਾ ਹੈ। ਆਪ ਹੀ ਉਹ ਫਿਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਉਂਦਾ। ਆਪੇ ਕੀਰਤਨ ਗੁਰ ਵਿਚਾਰ। ਬਹੁਤੇ ਭੇਖ ਕਰਹਿ ਭੇਖ ਧਾਰੀ। ਬਹੁਤੇ ਭੇਖ ਕਰਹਿ ਭੇਖ ਧਾਰੀ। ਜਿਹੜੇ ਭੇਖ ਧਾਰੀ ਹੁੰਦੇ ਹਨ ਨਾ, ਉਹ ਬਹੁਤੇ ਭੇਖ ਕਰਦੇ ਹਨ। ਭੇਖ ਕੀ ਹੁੰਦਾ ਹੈ? ਸਾਡੇ ਇਸ ਬਾਣੇ ਨੂੰ, ਸਾਡੇ ਇਹਨਾਂ ਕੱਪੜਿਆਂ ਨੂੰ ਭੇਖ ਕਿਹਾ ਜਾਂਦਾ ਹੈ। ਭੇਸ। ਕਦੇ ਕੋਈ ਭੇਸ ਬਣਾ ਲਿਆ, ਕਦੇ ਕੋਈ ਭੇਸ ਬਣਾ ਲਿਆ। ਕਦੇ ਨੀਲੇ ਜਿਹੇ ਪਾ ਲਏ, ਕਦੇ ਕਾਲੇ ਜਿਹੇ ਪਾ ਲਏ, ਕਦੇ ਲਾਲ ਜਿਹੇ ਪਾ ਲਏ, ਕਦੇ ਚਿੱਟੇ ਜਿਹੇ ਪਾ ਲਏ, ਕਦੇ ਕਿਸੇ ਤਰ੍ਹਾਂ ਦਾ ਬਣ ਗਿਆ, ਕਦੇ ਕਿਸੇ ਤਰ੍ਹਾਂ ਦਾ ਬਣ ਗਿਆ। ਇਸ ਤਰ੍ਹਾਂ ਭੇਸ ਬਦਲ।
जिमें गिरगट रंग बदलती है, जिमें गिरगट रंग बदलती है, कदे किसी तरह का रंग हो जाता है, कदे किसी तरह का रंग हो जाता है, कदे किसी तरह का रंग हो जाता है। इसी तरह ही बहुते मनुख जिहड़े हैं अपने भेस ही बदलते रहते हैं। रंगी छोड़ दे, यक रंग हो जा, चाहे मोम हो जा, चाहे संग हो जा, जेड़े बाहरों भी बदलते रहते हैं वो अंदरों भी बदलते रहते हैं। जपो सतनाम श्री वाहिगुरू। ਇਹ ਉਹਨਾਂ ਦੀ ਅੰਦਰਲੀ ਸਥਿਤੀ ਹੈ, ਇਹ ਉਹਨਾਂ ਦੀ ਅੰਦਰਲੀ ਸਥਿਤੀ ਹੈ। ਜਿਹੜੇ ਮਨੁੱਖ ਬੁੱਢੇ ਹੋ ਕੇ ਆਪਣੀ ਦਾੜੀ ਰੰਗਦੇ ਹਨ, ਅੰਦਰੋਂ ਕਾਲੇ ਹਨ, ਅੰਦਰ ਕੋਈ ਨੁਕਸ ਹੈ ਤਾਂ ਰੰਗਦੇ ਹਨ, ਤਾਂ ਭੇਸ ਬਦਲਦੇ ਹਨ। नहीं तो घरदियां नूं तां पता ही है ये 94 साल का बाबा है, पोतियां नूं भी पता है, नूह नूं भी पता है, घर वाली नूं भी पता है, रिश्तेदारां नूं भी पता है, कुड़मां नूं भी पता है, सारिआं नूं पता है कि ये साडा बंदा जिहड़ा रिश्तेदार है इन्ने साल का है। फिर दाढ़ी काली करके की दिखा रहे हैं आपां? असीं ये फील कराउणा चाहुंदे हां कि मैं बाबा नहीं, मैं पोता हां। अंदर कोर है, दाल विच काला है कुछ, जिन मन होर मुख होर है, तां भेख बदलदा। बहुते भेख करें भेखधारी, भाव भाव मरे काची सारी। ਭਟਕਣਾ ਵਿੱਚ ਪਏ ਹੋਏ ਹਨ, ਚੱਕਰ ਵਿੱਚ ਪਏ ਹੋਏ ਹਨ, ਭਰਮਾਂ ਵਿੱਚ ਪਏ ਹੋਏ ਹਨ, ਜ਼ਿੰਦਗੀ ਦੀ ਕੱਚੀ ਬਾਜੀ ਖੇਡ ਰਹੇ ਹਨ, ਜ਼ਿੰਦਗੀ ਦੀ ਕੱਚੀ ਖੇਡ ਖੇਡ ਰਹੇ ਹਨ। ਤੇ ਫਿਰ ਇਸ ਦਾ ਨਤੀਜਾ ਕੀ ਹੋਏਗਾ? ਇੱਥੇ ਸੁਖ ਨਾ ਆਗੇ ਹੋਏ, ना ਇੱਥੇ सुख मिलना है ना अगे सुख मिलना, ना ਇੱਥੇ सुख है ना अगे। फिर की बनेगा? मनमुख मोए अपना जन्म खोए, मनमुख हन मर गए, अपना जन्म खत्म कर गए, खो गए। सतगुर सेवे भरम चुकाए। ਭਈ ਜੇ ਕੋਈ ਮਨੁੱਖ ਸਤਿਗੁਰੂ ਜੀ ਦੀ ਸੇਵਾ ਕਰੇ, ਸਤਿਗੁਰੂ ਜੀ ਦਾ ਬਣੇ, ਸਤਿਗੁਰੂ ਜੀ ਦਾ ਪੱਲਾ ਪਕੜੇ, ਸਤਿਗੁਰੂ ਜੀ ਦਾ ਲੜ ਪਕੜੇ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਅਪਣਾਏ, ਤਾਂ ਭਰਮ ਦੂਰ ਹੋ ਸਕਦਾ। ਅਸੀਂ ਸਾਰੀ ਜ਼ਿੰਦਗੀ ਨਾ ਭਰਮ ਦੇ ਵਿੱਚ ਹੀ ਲੰਘਾ ਦਿੰਦੇ ਹਾਂ। ਭਰਮ ਵਿੱਚ ਵਹਿਮ ਹੈ ਸਾਨੂੰ ਬੇਸਿਕ। ਕਿਸੇ ਨੂੰ ਕੋਈ ਵਹਿਮ ਹੈ, ਕਿਸੇ ਨੂੰ ਕੋਈ ਵਹਿਮ ਹੈ, ਬਈ ਵਹਿਮ ਵਿੱਚ, ਭਰਮ ਦੇ ਵਿੱਚ। ਅਸੀਂ ਆਪਣਾ ਅਸਲੀ ਜੀਵਨ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਭਰਮ ਪਾਲ ਰਹੇ। ਸਤਿਗੁਰ ਸੇਵੇ ਭਰਮ ਚੁਕਾਏ, ਘਰ ਹੀ ਅੰਦਰ ਸੱਚ ਮਹਿਲ ਪਾਏ। ਜੇ ਭਾਈ ਸਤਿਗੁਰੂ ਜੀ ਦੀ ਸੇਵਾ ਕਰੇ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਪੜ੍ਹੇ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨੇ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਵਿਚਾਰੇ, ਤਾਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਸੱਚਖੰਡ ਦੀ ਪ੍ਰਾਪਤੀ ਹੋ ਸਕਦੀ ਹੈ। ਲੋ, ਘਰ ਹੀ ਅੰਦਰ ਸੱਚ ਮਹਿਲ ਪਾਏ, ਆਪਣੇ ਘਰ ਦੇ ਅੰਦਰ ਹੀ, ਆਪਣੇ ਹਿਰਦੇ ਦੇ ਅੰਦਰ ਹੀ ਸੱਚੇ ਪ੍ਰਮਾਤਮਾ ਦੇ ਸੱਚੇ ਮਹਿਲ ਨੂੰ ਪਾ ਸਕਦਾ ਹੈ। ਸੱਚਖੰਡ ਦੀ ਪ੍ਰਾਪਤੀ ਹੋ ਸਕਦੀ ਹੈ, ਨਿਰੰਕਾਰ ਦੀ ਪ੍ਰਾਪਤੀ ਹੋ ਸਕਦੀ ਹੈ ਆਪਣੇ ਘਰ ਦੇ ਵਿੱਚ ਹੀ। ਇਹ ਤਾਂ ਬਹੁਤ ਵਧੀਆ ਗੱਲ ਦੱਸੀ। ਅੱਗੇ ਸਤਿਗੁਰੂ ਜੀ ਨੇ ਫਰਮਾਇਆ ਹੈ, ਆਪੇ ਪੂਰਾ ਕਰੇ ਸੋ ਹੋਏ।
परमात्मा आप पूरा है, ਅਸੀਂ ਅਧੂਰੇ ਹਾਂ। ਫਿਰ ਵੀ ਅਸੀਂ ਗਲਤੀ ਦੇ ਨਾਲ ਕਹਿ ਦਿੰਦੇ ਹਾਂ, ਜਦੋਂ ਕੋਈ ਬੰਦਾ ਮਰਦਾ ਹੈ ਕਹਿੰਦੇ ਅੱਜ ਫਲਾਣਾ ਬੰਦਾ ਰਾਤ ਪੂਰਾ ਹੋ ਗਿਆ, ਰਾਤ ਉਹ ਫਲਾਣਾ ਬੰਦਾ ਪੂਰਾ ਹੋ ਗਿਆ। ਸਾਨੂੰ ਕੀ ਪਤਾ ਉਹ ਪੂਰਾ ਹੋਇਆ ਕਿ ਨਹੀਂ। ਸਰੀਰਕ ਤੌਰ ਤੇ ਮਰਿਆ, ਉਹਦਾ ਸਰੀਰ ਨਾਸ ਹੋਇਆ, ਸਰੀਰ ਖਤਮ ਹੋਇਆ ਹੈ, ਇਹ ਨਹੀਂ ਪਤਾ ਕਿ ਉਹ ਪੂਰਾ ਹੋਇਆ ਕਿ ਨਹੀਂ। ਪੂਰਾ ਤਾਂ ਹੋਏਗਾ ਜੇ ਉਹ ਬ੍ਰਹਮ ਦੇ ਵਿੱਚ ਲੀਨ ਹੋਏਗਾ, ਤਾਂ ਪੂਰਾ ਹੋਏਗਾ, ਇਸ ਤਰ੍ਹਾਂ ਪੂਰਾ ਨਹੀਂ। परंतु परमात्मा पूरा, पूरा परमात्मा जो भी करता है वो ही होता, जो भी वो करता है ना वो ही होता। जे उन्हें धुप पानी है तो धुप पा रहा है, जे गर्मी करनी है तो गर्मी हो रही है, जे मीह पैना है तो मीह पै जाएगा, जे भुचाल लियाना है भुचाल आ जाएगा, जे बिजली गिरनी है तो बिजली गिर जाएगी। वो जो भी करना चाहे वो हो जाता। पर ये जेड़े तिथियां अते वार असीं चुके फिरदे सी कि अज भई संक्रांत है, अज मस्या है, अज पूर्णमासी है, अज एकादशी है, अज द्वादशी है, अज पंचमी है, ते अज सोमवार है, ते अज ऐतवार है, एक ही है। फिर ये तो वैसी चक्करबाजी है। इन्हों असीं ये नहीं कह सकते कि फलानी तरीक चंगी है कि फलानी माड़ी है, ते फलाना दिन चंगा है फलाना माड़ा है। भाई इहदे विच कुछ नहीं है, ये तो द्वैत भावना है, दवंद भाव है। फिर असीं उलझे क्यों हुए हाँ इन्हां विच? असीं पूर्णमासी, संक्रांत, मस्या, दसवीं, एकादशी, पंचमी, सोमवार, मंगलवार विच क्यों उलझे हुए हैं? इन्नी देर हो गई असीं गुरबाणी नूं पढ़दे हां, मत्था टेकदे हां, अजे तक सानूं इस तों निजात नहीं मिली। कमी साडे विच है। क्यों? क्योंकि सतगुरु बाझों अंध गुबार। भाई सतगुरु जी तो बिना, शब्द तो बिना, गुरु दे ज्ञान तो बिना अंध गुबार है, हनेरा है, बंदा ब्लेंड है। गुरु बिन घोर अंधार, गुरु बिन समझ न आवे, गुरु बिन सिद्ध न मुक्त, गुरु बिन मुक्त न पावे। ते फिर सतगुरु गुरु अमरदास जी महाराज फरमान कर रहे हैं, कहते ये जिहड़ियां तिथियां हैं ना, संक्रांतां, पूर्णमासियां, मस्सियां, ऐतवार, फलाना ढिमका, थित वार सेमे मुग्ध गवार। भाई जिहड़े तिथां दे चक्करां विच पए होए हन, ते दिनां दे चक्करां विच पए होए हन, ते संक्रांतां दे चक्कर विच पए होए हन, वो मूर्ख ते गवार बंदे हन। ये किने लिखा है? एवें ना मैनू गालां कढण लग जिओ कि सानू संक्रांत नहीं मनाउण दिंदे, सानू पूर्णमासी नहीं मनाउण दिंदे, सानू मस्सिया नहीं मनाउण दिंदे, सानू एकादशी नहीं मनाउण दिंदे, बाबा जी के डेरे विच दसवीं मनाई जाती है उहनूं नहीं मनाउण दिंदे। भाई गुरु अमरदास जी महाराज जी का बयान है, पढ़ लो आप, 843 पन्ने ते है, घरे जाके पढ़ लियो, नैटवर्क ते पढ़ लियो, इंटरनेट ते कढ़ के देख लियो, गुरु ग्रंथ साहिब नूं फरोल के देख लियो, आप पढ़ लियो। उहदे विच लिखिया होया है, थिती वार सेमे मुग्ध गवार। भाई जिहड़े तिथियां अते वारां नूं सेमदे हन वो महामूर्ख अते गवार।
फिर नानक गुरमुख बूझे सोझी पाए। नानक जी कह रहे हैं, तीसरे नानक जी कहते भाई गुरु दे राही कोई गुरमुख बन के बूझे तो सोझी आ जाती है, सोझी आ जाती है। परंतु कई बार इस तरह होता है, कहते मन जानत सब बात। ਜਿਹੜੇ ਬੰਦੇ ਪਾਠ ਕਰਦੇ ਹਨ ਨਾ ਰੋਜ਼, ਅਖੰਡ ਪਾਠ ਵੀ ਕਰਦੇ ਹਨ, ਉਹਨਾਂ ਨੂੰ ਤਾਂ ਪਤਾ ਹੀ ਆ ਕਿਆ ਲਿਖਿਆ ਹੋਇਆ ਹੈ, ਕਿ ਉਹਨਾਂ ਨੂੰ ਪਤਾ ਨਹੀਂ ਹੈ। ਕਿੰਨੀ ਕਿੰਨੀ ਵਾਰੀ ਅਖੰਡ ਪਾਠ ਕਰ ਲਿਆ, ਕਿੰਨੀ ਕਿੰਨੀ ਵਾਰੀ ਸਹਿਜ ਪਾਠ ਕਰ ਲਿਆ। ਜਾਣਦੇ ਹਨ, ਜਾਣ ਕੇ ਮਚਲੇ ਹੋਏ ਹੋਏ ਹਨ, ਨਾ ਦੱਸਦੇ ਹਨ ਤੇ ਨਾ ਆਪ ਕਰਦੇ ਹਨ। ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਸੰਗਤ ਨੂੰ ਗੁੰਮਰਾਹ ਕਰਨ ਵਰਗਾ ਵੱਡਾ ਪਾਪ ਦੁਨੀਆ ਵਿੱਚ ਕੋਈ ਨਹੀਂ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸੰਗਤ ਨੂੰ ਉੱਲੂ ਬਣਾਵਾਂ, ਗੁੰਮਰਾਹ ਕਰਾਂ, ਗਲਤ ਰਸਤੇ ਤੇ ਤੋਰਾਂ ਆਪਣੇ ਮੁਫਾਦ ਦੇ ਲਈ। ਇਸ ਵਰਗਾ ਜ਼ੁਲਮ ਦੁਨੀਆ ਵਿੱਚ ਹੋਰ ਕੋਈ ਨਹੀਂ। ਨਾਨਕ ਗੁਰਮੁਖ ਬੂਝੈ ਸੋਝੀ ਪਾਏ। ਭਈ ਗੁਰੂ ਵਾਲਾ ਬਣ ਕੇ, ਗੁਰਮੁਖ ਬਣ ਕੇ ਗੁਰੂ ਦੇ ਰਾਹੀਂ ਫਿਰ ਬੰਦਾ ਇਸ ਗੱਲ ਨੂੰ ਸਮਝਦਾ ਹੈ ਤੇ ਫਿਰ ਸੋਝੀ। ਕਈ ਵਾਰੀ ਸੋਝੀ ਵੀ ਆ ਜਾਂਦੀ ਹੈ, ਬੰਦੇ ਨੂੰ ਪਤਾ ਵੀ ਲੱਗ ਜਾਂਦਾ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਕਾਹੇ ਕੀ ਕੁਸਲਾਤ ਹਾਥ ਦੀਪਕ ਕੋਏ ਪਰੇ। ਦੇਖੋ ਕਿੰਨੀ ਵਧੀਆ ਗੱਲ ਹੈ। ਕਹਿੰਦੇ ਮਨ ਸਾਰੀਆਂ ਗੱਲਾਂ ਜਾਣਦਾ ਹੈ, ਗੁਰਬਾਣੀ ਬਾਰੇ ਵੀ ਪਤਾ ਹੈ ਸਾਰਾ, ਪਰ ਜਾਣ ਬੁੱਝ ਕੇ ਬੰਦਾ ਗਲਤ ਕੰਮ ਕਰ ਰਿਹਾ ਹੈ। ਕਹਿੰਦੇ ਵੀ ਇਹ ਕਾਹਦੀ ਸਿਆਣਪ ਹੋਈ, ਫਿਰ ਇਹ ਕਾਹਦਾ ਗਿਆਨ ਹੋਇਆ। ਬਈ ਹੱਥ ਦੇ ਵਿੱਚ ਦੀਵਾ ਪਕੜਿਆ ਹੋਇਆ ਹੈ ਤੇ ਆਪ ਹੀ ਟੋਏ ਵਿੱਚ ਡਿੱਗ ਰਿਹਾ ਹੈ, ਆਪ ਹੀ ਟੋਏ ਵਿੱਚ ਡਿੱਗ ਰਿਹਾ ਹੈ। ਜਿਹੜਾ ਰਾਹ ਦਸੇਰਾ ਬਣਿਆ ਹੋਇਆ ਸੀ ਲੋਕਾਂ ਦੇ ਲਈ, ਜੇ ਉਹ ਹੀ ਆਗੂ ਆਪ ਟੋਏ ਵਿੱਚ ਡਿੱਗਿਆ ਹੋਇਆ ਹੈ, ਉਹ ਹੋਰਾਂ ਨੂੰ ਕਿਵੇਂ ਕੱਢੇਗਾ। ਉਹ ਇਹ ਗੱਲ ਪਤਾ ਕਿਹਨੂੰ ਕਹੀ ਗਈ ਹੈ? ਜਿਹੜੇ ਬੰਦੇ ਸਿੱਖਾਂ ਦੇ ਠੇਕੇਦਾਰ ਬਣੇ ਹੋਏ ਹਨ, ਪ੍ਰਚਾਰਕ ਬਣੇ ਹੋਏ ਹਨ, ਪਾਠ ਕਰਨ ਵਾਲੇ, ਕੀਰਤਨ ਕਰਨ ਵਾਲੇ, ਕਥਾ ਕਰਨ ਵਾਲੇ ਤੇ ਧਰਮ ਦੇ ਆਗੂ, ਉਹਨਾਂ ਨੂੰ ਝੋਟ ਹੈ, ਉਹਨਾਂ ਨੂੰ ਝੋਟ ਹੈ। ਤਾਂ ਹੀ ਲੋਕਾਂ ਨੇ ਇਹ ਅਖਾਣ ਬਣਾਇਆ ਹੋਇਆ ਹੈ। ਕਹਿੰਦੇ ਆਪ ਤਾਂ ਡੁੱਬਾ ਬਾਹਮਣਾ, ਜਜਮਾਨ ਵੀ ਡੋਬੇ। ਆਪ ਡੁੱਬਾ ਚੋਹ ਬੇਦ ਮੇਂ, ਚੇਲੇ ਦੀਏ ਡੁਬਾਏ। ਆਪ ਤਾਂ ਚਾਰ ਵੇਦਾਂ ਵਿੱਚ ਡੁੱਬ ਹੀ ਗਿਆ, ਆਪ ਤਾਂ ਗੁਰਬਾਣੀ ਪੜ੍ਹ ਪੜ੍ਹ ਕੇ ਡੁੱਬ ਹੀ ਗਿਆ, ਹੋਰ ਵੀ ਡੁੱਬ ਦਿੱਤੇ ਨੇ, ਬਾਕੀ ਵੀ ਡੁੱਬ ਦਿੱਤੇ ਨਾਲ। ਆਪ ਤਾਂ ਡੁੱਬਾ ਬਾਹਮਣਾ, ਜਜਮਾਨ ਵੀ ਡੁੱਬੇ। ਉਹ ਬਾਹਮਣਾ ਤੂੰ ਆਪ ਤਾਂ ਡੁੱਬ ਹੀ ਗਿਆ, ਨਾਲ ਤੂੰ ਜਜਮਾਨਾਂ ਨੂੰ ਵੀ ਡੁੱਬ ਗਿਆ। ਅੱਜ ਸਾਡੀ ਸਿੱਖ ਕੌਮ ਦਾ ਇਹੋ ਹੀ ਹਾਲ ਹੈ। ਸਾਡੇ ਆਗੂ ਆਪ ਤਾਂ ਡੁੱਬ ਹੀ ਗਏ ਤੇ ਨਾਲ ਸਾਨੂੰ ਵੀ ਡੁੱਬ ਗਏ, ਸਾਨੂੰ ਵੀ ਡੁੱਬ ਗਏ। ਗੁਰੂ ਰਾਖਾ ਹੈ, ਗੁਰੂ ਖੈਰ ਕਰੇਗਾ, ਗੁਰੂ ਬੋੜੀ ਕਰੇਗਾ ਤੇ ਗੁਰੂ ਸਿੱਖ ਪੰਥ ਨੂੰ ਫੇਰ ਤੋਂ ਚੜ੍ਹਦੀ ਕਲਾ ਵਿੱਚ ਲਿਆਏਗਾ। ਤਾਂ ਸਤਿਗੁਰੂ ਜੀ ਨੇ ਆਖਰ ਵਿੱਚ ਫਰਮਾਇਆ, ਇਕਤ ਨਾਮ ਸਦਾ ਰਿਹਾ ਸਮਾਏ। ਭਾਈ ਇੱਕ ਜਿਹੜਾ ਪਰਮਾਤਮਾ ਹੈ ਨਾ, ਉਹਦਾ ਪਰਮਾਤਮਾ ਅਤੇ ਪਰਮਾਤਮਾ ਦਾ ਨਾਮ, ਭਾਈ ਉਹ ਜਿਹੜੇ ਗੁਰਮੁਖ ਹਨ ਜਿਨ੍ਹਾਂ ਨੂੰ ਸੋਝੀ ਆ ਗਈ, ਉਹ ਫਿਰ ਇੱਕ ਨਾਮ ਦੇ ਵਿੱਚ ਸਮਾਏ ਹੋਏ ਰਹਿੰਦੇ ਹੈ, ਇੱਕ ਨਾਮ ਵਿੱਚ। क्योंकि तेरा एक नाम तारे संसार।
ਤੇਰਾ ਜਿਹੜਾ ਏਕ ਨਾਮ ਹੈ ਨਾ, ਉਹ ਸਾਰੇ ਸੰਸਾਰ ਨੂੰ ਤਾਰ ਸਕਦਾ ਹੈ ਤੇ ਤਾਰ ਰਿਹਾ ਹੈ। ਆਪਾਂ ਨੇ ਵੀ ਤਰਨਾ ਹੈ, ਇਸ ਲਈ ਇੱਕ ਨਾਮ ਦੇ ਨਾਲ ਜੁੜਨ ਦੀ ਲੋੜ ਹੈ, ਸ਼ਬਦ ਦੇ ਨਾਲ ਜੁੜਨ ਦੀ ਲੋੜ ਹੈ, ਗੁਰਬਾਣੀ ਦੇ ਨਾਲ ਜੁੜਨ ਦੀ ਲੋੜ ਹੈ। ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਸੰਪਰਕ ਬਣਾਉਣ ਦੀ ਲੋੜ ਹੈ। ਬਸ ਇੰਨੀ ਕੁ ਖੇਡ ਹੈ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ, ਇੰਨਾ ਕੁ ਮਾਜਰਾ ਹੈ, ਇੰਨਾ ਕੁ ਮਸਲਾ ਹੈ। ਬੜਾ ਸੌਖਾ ਜਿਹਾ ਕੰਮ ਹੈ ਜੇ ਗੁਰੂ ਸਾਡੇ 'ਤੇ ਕਿਰਪਾ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ